Hello students, I am Sunita Kumari, English mistress from Government Model Senior Secondary School Baltoha, Tarantaran. Our today's topic is tense. ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਟੈਂਸ ਹੁੰਦਾ ਕੀ ਹੈ। ਟੈਂਸ ਹੁੰਦਾ ਹੈ ਕਾਲ ਜਾਣੀ ਕਿ ਸਮਾਂ। ਜਦੋਂ ਕਿਸੇ ਵਾਕ ਦੇ ਵਿੱਚ ਕਿਸੇ ਘਟਨਾ ਦੇ ਸਮੇਂ ਦੇ ਬਾਰੇ ਪਤਾ ਚੱਲੇ ਕਿ ਉਹ ਕਦੋਂ ਵਾਪਰੀ ਤਾਂ ਉਸ ਨੂੰ ਟੈਂਸ ਕਹਿੰਦੇ ਹਨ। ਇਸ ਤਰ੍ਹਾਂ ਇਸ ਦੀ ਡੈਫੀਨੇਸ਼ਨ ਬਣੀ, ਟੈਂਸ ਡਿਨੋਟਸ ਦ ਟਾਈਮ ਐਨ ਐਕਸ਼ਨ ਟੇਕਸ ਪਲੇਸ। ਟੈਂਸ ਉਸ ਸਮੇਂ ਨੂੰ ਦੱਸਦਾ ਹੈ ਜਦੋਂ ਘਟਨਾ ਵਾਪਰਦੀ ਹੈ। ਵੈਦਰ ਸਮਟਾਈਮਜ਼ ਇਨ ਦੀ ਪਾਸਟ, ਚਾਹੇ ਉਹ ਪਿਛਲੇ ਸਮੇਂ ਵਿੱਚ ਵਾਪਰੀ ਹੋਵੇ ਜਾਂ ਫਿਰ ਇਨ ਦੀ ਪ੍ਰੈਜ਼ੈਂਟ ਜਾਂ ਹੁਣ ਵਾਪਰੀ ਹੋਵੇ, ਜਾਂ ਵਿਲ ਟੇਕ ਸਮ ਟਾਈਮ ਇਨ ਦਾ ਫਿਊਚਰ, ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਵਾਪਰੇਗੀ। ਇਸ ਤਰ੍ਹਾਂ ਟੈਂਸ ਦੇ 3 ਭਾਗ ਹੋਏ, ਪ੍ਰੈਜ਼ੈਂਟ ਟੈਂਸ ਹੁਣ ਦਾ ਸਮਾਂ, ਪਾਸਟ ਟੈਂਸ ਬੀਤ ਚੁੱਕਾ ਸਮਾਂ ਅਤੇ ਫਿਊਚਰ ਟੈਂਸ ਆਉਣ ਵਾਲਾ ਸਮਾਂ। ਇਹ ਤਿੰਨੋਂ ਭਾਗ ਅੱਗੋਂ 4 ਭਾਗਾਂ ਵਿੱਚ ਵੰਡੇ ਹੋਏ ਹਨ। ਸਟੂਡੈਂਟਸ, ਆਪਾਂ ਨੂੰ ਇਹ 12 ਦੇ 12 ਭਾਗ ਯਾਦ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ 4 ਭਾਗ ਯਾਦ ਕਰਨੇ ਨੇ, ਇੰਡੈਫੀਨਿਟ, ਕੰਟੀਨਿਊਸ, ਪਰਫੈਕਟ ਤੇ ਪਰਫੈਕਟ ਕੰਟੀਨਿਊਸ। ਇਹ ਸਾਰੇ ਇੱਕੋ ਜਿਹੇ ਨੇ, ਆਹ 4 ਭਾਗ, ਆਹ ਵਾਲੇ ਅਤੇ ਆਹ ਵਾਲੇ। ਤੁਸੀਂ ਸਿਰਫ ਇਹ ਕਰਨਾ ਹੈ ਕਿ ਪ੍ਰੈਜ਼ੈਂਟ ਟੈਂਸ ਦੇ ਅੱਗੇ ਪ੍ਰੈਜ਼ੈਂਟ ਲਗਾ ਦੇਣਾ ਹੈ, ਪਾਸਟ ਦੇ ਅੱਗੇ ਪਾਸਟ ਲਗਾ ਦੇਣਾ ਹੈ ਅਤੇ ਫਿਊਚਰ ਟੈਂਸ ਦੇ ਅੱਗੇ ਫਿਊਚਰ ਲਗਾ ਦੇਣਾ ਹੈ। ਸਿੰਪਲ। ਆਪਾਂ ਚਲੋ ਹੁਣ ਇਹ ਸਮਝਦੇ ਹਾਂ ਕਿ ਇਹ ਅਸਲ ਵਿੱਚ ਹੁੰਦੇ ਕੀ ਨੇ। ਇੰਡੈਫੀਨਿਟ ਕੀ ਹੁੰਦਾ ਹੈ, ਕੰਟੀਨਿਊਸ ਕੀ ਹੁੰਦਾ ਹੈ, ਪਰਫੈਕਟ ਅਤੇ ਪਰਫੈਕਟ ਕੰਟੀਨਿਊਸ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਇੰਡੈਫੀਨਿਟ ਬਾਰੇ ਜਾਣਦੇ ਹਾਂ। ਸਟੂਡੈਂਟਸ, ਇੰਡੈਫੀਨਿਟ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਨਹੀਂ ਹੁੰਦਾ। ਫੋਰ ਐਗਜ਼ਾਮਪਲ, ਆਈ ਰੀਡ ਏ ਬੁੱਕ, ਮੈਂ ਕਿਤਾਬ ਪੜ੍ਹਦੀ ਹਾਂ। ਕਦੋਂ ਪੜ੍ਹਦੀ ਹਾਂ ਇਸ ਦੇ ਬਾਰੇ ਸਾਨੂੰ ਪਤਾ ਨਹੀਂ ਹੈ। ਮੈਂ ਕਿਤਾਬ ਪੜ੍ਹਦੀ ਸੀ, ਕਦੋਂ ਪੜ੍ਹਦੀ ਸੀ ਇਸ ਦੇ ਬਾਰੇ ਸਾਨੂੰ ਨਹੀਂ ਪਤਾ। ਠੀਕ ਹੈ। ਇਸ ਤਰ੍ਹਾਂ ਇਸ ਦੀ ਨਿਸ਼ਾਨੀ ਕੀ ਹੋਈ, ਜਦੋਂ ਕਿਸੇ ਵਾਕ ਦੇ ਅਖੀਰ ਦੇ ਵਿੱਚ ਆਹ ਲੱਗੇ ਹੋਣ, ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ, ਇਹ ਇਹਨਾਂ ਦੀ ਪਛਾਣ ਹੈ, ਵਾਕ ਦੀ ਪਛਾਣ। ਅਗਰ ਕਿਸੇ ਵਾਕ ਦੇ ਪਿੱਛੇ ਆਹ ਵਾਲੇ ਵਰਡ ਲੱਗੇ ਹਨ ਤਾਂ ਉਹ ਕਿਹੜਾ ਟੈਂਸ ਹੁੰਦਾ ਹੈ, ਇੰਡੈਫੀਨਿਟ। ਅਗਰ ਲੱਗਾ ਹੋਵੇ ਕਿ ਦਾ ਹੈ, ਉਹ ਪੜ੍ਹਦਾ ਹੈ, ਇਹਦਾ ਮਤਲਬ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਪੜ੍ਹਦਾ ਸੀ ਤਾਂ ਉਸ ਦਾ ਮਤਲਬ ਪਾਸਟ ਇੰਡੈਫੀਨਿਟ ਟੈਂਸ, ਜਾਂ ਪੜ੍ਹਦਾ ਹੋਵੇਗਾ ਜਾਂ ਪੜ੍ਹੇਗਾ ਤਾਂ ਫਿਊਚਰ ਇੰਡੈਫੀਨਿਟ ਟੈਂਸ। ਚਲੋ ਨੈਕਸਟ ਸਮਝਦੇ ਹਾਂ ਕੰਟੀਨਿਊਸ। ਕੰਟੀਨਿਊਸ ਮਤਲਬ ਹੋ ਰਿਹਾ ਹੈ, ਕੰਮ ਹੋ ਰਿਹਾ ਹੈ। ਕੰਮ ਤਾਂ ਚੱਲ ਰਿਹਾ ਹੋਵੇ ਪਰ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖ਼ਤਮ ਹੋਵੇਗਾ ਇਸ ਦੇ ਬਾਰੇ ਸਾਨੂੰ ਪਤਾ ਨਾ ਹੋਵੇ। ਫੋਰ ਐਗਜ਼ਾਮਪਲ, ਆਈ ਐਮ ਰੀਡਿੰਗ ਅ ਬੁੱਕ, ਮੈਂ ਕਿਤਾਬ ਪੜ੍ਹ ਰਹੀ ਹਾਂ, ਪਰ ਕਦੋਂ ਤੋਂ ਪੜ੍ਹ ਰਹੀ ਹਾਂ ਅਤੇ ਕਦੋਂ ਤੱਕ ਪੜ੍ਹਾਂਗੀ ਇਸ ਦੇ ਬਾਰੇ ਸਾਨੂੰ ਨਹੀਂ ਪਤਾ। ਇਸ ਦੀ ਪਛਾਣ ਹੈ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ। ਅਗਰ ਪਾਸਟ ਕੰਟੀਨਿਊਸ ਆ ਤਾਂ ਮੈਂ ਕਿਤਾਬ ਪੜ੍ਹ ਰਹੀ ਸੀ, ਉਹ ਕਿਤਾਬ ਪੜ੍ਹ ਰਿਹਾ ਹੈ, ਜਾਂ ਉਹ ਕੁੜੀਆਂ ਕਿਤਾਬ ਪੜ੍ਹ ਰਹੀਆਂ ਹੋਣਗੀਆਂ। ਠੀਕ ਹੈ ਜੀ, ਇਹ ਹੋ ਗਿਆ ਕੰਟੀਨਿਊਸ। ਦੇਖੋ ਪ੍ਰੈਜ਼ੈਂਟ ਦੇ ਵਿੱਚ ਐਮ ਲੱਗਾ ਆ, ਪਾਸਟ ਦੇ ਵਿੱਚ ਵਾਜ਼ ਲੱਗਾ ਆ ਅਤੇ ਫਿਊਚਰ ਦੇ ਵਿੱਚ ਵਿਲ ਵੀ ਲੱਗਿਆ ਹੈ। ਠੀਕ ਹੈ। ਚਲੋ ਨੈਕਸਟ ਆ ਗਿਆ ਆਪਣਾ ਪਰਫੈਕਟ ਟੈਂਸ। ਪਰਫੈਕਟ ਟੈਂਸ ਦੀ ਪਛਾਣ ਹੁੰਦੀ ਹੈ ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਜਾਂ ਫਿਰ ਕਿਸੇ ਕੰਮ ਦੇ ਹੋਣ ਤੋਂ ਪਹਿਲਾਂ ਜਿਹਦਾ ਕਿ ਤੁਹਾਡੇ ਕੰਮ 'ਤੇ ਪ੍ਰਭਾਵ ਪਵੇ। ਫੋਰ ਐਗਜ਼ਾਮਪਲ, ਮੈਂ ਕਿਤਾਬ ਪੜ੍ਹ ਚੁੱਕੀ ਹਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਕਿਤਾਬ ਪੜ੍ਹ ਚੁੱਕੀ ਸੀ, ਜਾਂ ਫਿਰ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ। ਇਹ ਕਾਹਦੀ ਪਛਾਣ ਕਰਾਉਂਦੇ ਨੇ, ਪਰਫੈਕਟ ਟੈਂਸ ਦੀ। ਅਗਰ ਵਾਕ ਵਿੱਚ ਲਿਖਿਆ ਹੋਵੇ ਕਿ ਮੈਂ ਕਿਤਾਬ ਪੜ੍ਹ ਚੁੱਕੀ ਹਾਂ ਤਾਂ ਪ੍ਰੈਜ਼ੈਂਟ ਪਰਫੈਕਟ ਟੈਂਸ, ਕਿਤਾਬ ਪੜ੍ਹ ਚੁੱਕਾ ਸੀ ਤਾਂ ਪਾਸਟ ਪਰਫੈਕਟ ਟੈਂਸ, ਜਾਂ ਕਿਤਾਬ ਪੜ੍ਹ ਚੁੱਕਾ ਹੋਵੇਗਾ ਫਿਰ ਲੱਗੇਗਾ ਫਿਊਚਰ ਪਰਫੈਕਟ ਟੈਂਸ। अपना नेक्स्ट टेंस है परफेक्ट कंटीन्यूस। परफेक्ट कंटीन्यूस समय का पता होए जदों कि
ਘਟਨਾ ਦਾ ਸਮਾਂ ਪਤਾ ਹੋਵੇ ਕਿ ਕਦੋਂ ਸ਼ੁਰੂ ਹੋਈ ਅਤੇ ਕਦੋਂ ਖਤਮ ਹੋਵੇਗੀ ਤਾਂ ਉਸ ਉਦੋਂ ਪਰਫੈਕਟ ਕੰਟੀਨਿਊਸ ਟੈਂਸ ਦੀ ਵਰਤੋਂ ਹੁੰਦੀ ਹੈ। ਇਸ ਦੀ ਪਛਾਣ ਹੁੰਦੀ ਹੈ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ ਜਾਂ ਰਹੀਆਂ ਹੋਣਗੀਆਂ। ਫੋਰ ਐਗਜ਼ਾਮਪਲ, ਆਈ ਹੈਵ ਰੀਡਿੰਗ ਦਿਸ ਬੁੱਕ ਫॉर 2 ਆਵਰਸ। ਮੈਂ 2 ਘੰਟੇ ਤੋਂ ਇਹ ਕਿਤਾਬ ਪੜ੍ਹ ਰਹੀ ਹਾਂ। ਮੈਂ 2 ਘੰਟੇ ਤੋਂ ਇਹ ਕਿਤਾਬ ਪੜ੍ਹ ਰਹੀ ਸੀ, ਜਾਂ ਮੈਂ ਮੰਡੇ ਤੋਂ ਇਹ ਨਾਵਲ ਪੜ੍ਹ ਰਿਹਾ ਹਾਂ, ਜਾਂ ਮੈਂ 6 ਮਹੀਨੇ ਤੋਂ ਇਹ ਕੰਮ ਕਰ ਰਿਹਾ ਹਾਂ। ਸਮੇਂ ਦੇ ਬਾਰੇ ਦੱਸਿਆ ਹੋਵੇ ਤਾਂ ਉਸ ਵੇਲੇ ਪਰਫੈਕਟ ਕੰਟੀਨਿਊਸ ਦੀ ਵਰਤੋਂ ਹੁੰਦੀ ਹੈ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਹੈਵ ਲੱਗਦਾ ਹੈ, ਹੈਵ ਬੀਨ ਰੀਡਿੰਗ, ਅਤੇ ਪਾਸਟ ਪਰਫੈਕਟ ਟੈਂਸ ਦੇ ਵਿੱਚ ਹੈਡ ਬੀਨ ਰੀਡਿੰਗ, ਅਤੇ ਫਿਊਚਰ ਪਰਫੈਕਟ ਕੰਟੀਨਿਊਸ ਦੇ ਵਿੱਚ ਵਿਲ ਹੈਵ ਰੀਡਿੰਗ ਲੱਗਦਾ ਹੈ। ਠੀਕ ਹੈ ਜੀ ਸਟੂਡੈਂਟਸ, ਆਹ ਕੁਛ ਐਗਜ਼ਾਮਪਲਸ ਹੈ। ਇਹ ਐਕਸਰਸਾਈਜ਼ ਤੁਸੀਂ ਖੁਦ